ਸਾਡਾ ਅੱਜ ਦਾ ਟੌਪਿਕ ਹੈ 1929 ਈਸਵੀ ਦਾ ਵੱਡਾ ਆਰਥਿਕ ਮੰਦਾ। ਵੱਡੇ ਆਰਥਿਕ ਮੰਦੇ ਦੇ ਕੀ ਕਾਰਨ ਸਨ, ਇਸ ਵਿਸ਼ੇ 'ਤੇ ਅਸੀਂ ਅੱਜ ਗੱਲ ਕਰਾਂਗੇ। ਇਸ ਦਾ ਪਹਿਲਾ ਕਾਰਨ ਫਸਟ ਵਰਲਡ ਵਾਰ, ਪਹਿਲਾ ਮਹਾਯੁੱਧ 1914-18 ਈਸਵੀ ਦੇ ਵਿੱਚ ਹੋਏ ਪਹਿਲੇ ਵਿਸ਼ਵ ਯੁੱਧ ਨੇ 1929 ਈਸਵੀ ਦੇ ਆਰਥਿਕ ਮੰਦੇ ਦੇ ਬੀਜ ਦਿੱਤੇ ਸਨ। ਇਸ ਯੁੱਧ ਵਿੱਚ ਇੱਕ ਪਾਸੇ ਜਰਮਨੀ, ਆਸਟਰੀਆ, ਹੰਗਰੀ, ਤੁਰਕੀ, ਬਲਗੇਰੀਆ ਦੇਸ਼ ਸੀਗੇ ਤੇ ਦੂਜੇ ਪਾਸੇ ਬਰਤਾਨੀਆ, ਫਰਾਂਸ, ਰੂਸ, USA, ਇਟਲੀ, ਜਾਪਾਨ ਦੇਸ਼ ਸਨ। ਇਹ ਇੱਕ ਵਿਸ਼ਵ ਵਿਆਪੀ ਯੁੱਧ ਸੀ ਜੋ ਨਾ ਕੇਵਲ ਯੂਰਪੀ ਮਹਾਦੀਪ ਵਿੱਚ ਸਗੋਂ ਅਫਰੀਕਾ, ਏਸ਼ੀਆ ਤੇ ਅਮਰੀਕਾ ਦੇ ਮਹਾਦੀਪਾਂ ਵਿੱਚ ਵੀ ਲੜਿਆ ਗਿਆ। ਇਹ ਯੁੱਧ ਲਗਭਗ 4 ਸਾਲਾਂ ਤੱਕ ਚੱਲਦਾ ਰਿਹਾ। ਇਸ ਵਿੱਚ ਲੱਖਾਂ ਸੈਨਿਕ, ਨਿਰਦੋਸ਼ ਲੋਕ ਮੌਤ ਦਾ ਸ਼ਿਕਾਰ ਹੋਏ। ਇਸ ਉੱਤੇ ਵੱਖ-ਵੱਖ ਦੇਸ਼ਾਂ ਨੇ ਕਰੋੜਾਂ ਰੁਪਏ ਖਰਚ ਕੀਤੇ। ਇਸ ਯੁੱਧ ਦੇ ਸਿੱਟੇ ਵਜੋਂ ਬਹੁਤ ਸਾਰੇ ਯੂਰਪੀ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਭਾਰੀ ਸੱਟ ਵੱਜੀ ਤੇ ਆਉਣ ਵਾਲੇ ਕਈ ਸਾਲਾਂ ਤੱਕ ਉਹ ਇਸ ਆਰਥਿਕ ਘਾਟੇ ਨੂੰ ਪੂਰਾ ਨਹੀਂ ਕਰ ਸਕੇ। ਨਾ ਕੇਵਲ ਜਰਮਨੀ, ਆਸਟਰੀਆ, ਹੰਗਰੀ ਜਿਹੜੇ ਹਾਰੇ ਹੋਏ ਦੇਸ਼ ਸੀ ਉਹਨਾਂ ਦੀ ਅਰਥ ਵਿਵਸਥਾ ਖੇਰੂ ਹੋ ਗਈ, ਸਗੋਂ ਇੰਗਲੈਂਡ, ਫਰਾਂਸ, ਇਟਲੀ ਜਿਹੜੇ ਜੇਤੂ ਦੇਸ਼ ਸੀ ਉਹਨਾਂ ਦੀ ਅਰਥ ਵਿਵਸਥਾ ਵੀ ਯੁੱਧ ਦੇ ਭਿਆਨਕ ਪ੍ਰਭਾਵ ਤੋਂ ਬਚ ਨਹੀਂ ਸਕੀ। ਅਗਲਾ ਕਾਰਨ ਉਦਯੋਗਾਂ ਵਿੱਚ ਸਵੈ ਚਲਿਤ ਮਸ਼ੀਨਾਂ ਦੀ ਵਧੇਰੇ ਵਰਤੋਂ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਭਾਰੀ ਸੰਖਿਆ ਦੇ ਵਿੱਚ ਆਦਮੀਆਂ ਨੂੰ ਸੈਨਾ ਵਿੱਚ ਭਰਤੀ ਕਰਕੇ ਯੁੱਧ ਖੇਤਰ ਵਿੱਚ ਭੇਜਿਆ ਗਿਆ, ਜਿਸ ਨਾਲ ਮਜ਼ਦੂਰਾਂ ਦੀ ਕਮੀ ਹੋ ਗਈ। ਮਜਬੂਰ ਹੋ ਕੇ ਉਦਯੋਗਪਤੀਆਂ ਨੇ ਆਪਣੇ ਕਾਰਖਾਨਿਆਂ ਵਿੱਚ ਸਵੈ ਚਲਿਤ ਮਸ਼ੀਨਾਂ ਦੀ ਵਧੇਰੇ ਵਰਤੋਂ ਕਰਨੀ ਆਰੰਭ ਕਰ ਦਿੱਤੀ, ਜਿਸ ਨਾਲ ਉਤਪਾਦਨ ਤੇਜ਼ੀ ਨਾਲ ਵਧਣ ਲੱਗਿਆ। ਸਵੈ ਚਲਿਤ ਮਸ਼ੀਨਾਂ ਦੀ ਵਧੇਰੇ ਵਰਤੋਂ ਦੇ ਸਿੱਟੇ ਵਜੋਂ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਮਜ਼ਦੂਰਾਂ ਦੀ ਲੋੜ ਬਹੁਤ ਘਟ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਯੁੱਧ ਪਿੱਛੋਂ ਮਜ਼ਦੂਰਾਂ ਵਿੱਚ ਬੇਰੁਜ਼ਗਾਰੀ ਬਹੁਤ ਵੱਧ ਗਈ, ਜੋ ਆਰਥਿਕ ਮੰਦੀ ਦਾ ਕਾਰਨ ਸਿੱਧ ਹੋਈ। ਤੀਸਰਾ ਕਾਰਨ ਸੋਨੇ ਦੀ ਅਸਮਾਨ ਵੰਡ। ਪਹਿਲੇ ਵਿਸ਼ਵ ਯੁੱਧ ਦੇ ਸਿੱਟੇ ਵਜੋਂ ਵਿਸ਼ਵ ਵਿੱਚ ਸੋਨੇ ਦੀ ਅਸਮਾਨ ਵੰਡ ਵੀ ਆਰਥਿਕ ਮੰਦੀ ਦਾ ਕਾਰਨ ਬਣੀ। ਸੰਯੁਕਤ ਰਾਜ ਅਮਰੀਕਾ ਨੇ ਇਸ ਯੁੱਧ ਦੇ ਦੌਰਾਨ ਮਿੱਤਰ ਦੇਸ਼ਾਂ ਨੂੰ ਭਾਰੀ ਮਾਤਰਾ ਵਿੱਚ ਮਾਲ ਤੇ ਹਥਿਆਰ ਵੇਚੇ ਸਨ, ਜਿਸ ਨਾਲ ਉਹ ਅਮਰੀਕਾ ਦੇ ਕਰਜ਼ਈ ਹੋ ਗਏ। ਇਸ ਤੋਂ ਇਲਾਵਾ ਅਮਰੀਕਾ ਨੇ ਹਾਰੇ ਹੋਏ ਦੇਸ਼ਾਂ ਤੋਂ ਹਰਜਾਨੇ ਦੀ ਰਕਮ ਵੀ ਲੈਣੀ ਸੀ, ਕਿਉਂਕਿ ਅਮਰੀਕਾ ਨੇ ਯੁੱਧ ਹਰਜਾਨੇ ਅਤੇ ਕਰਜ਼ੇ ਨੂੰ ਮਾਲ ਦੇ ਰੂਪ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਅਮਰੀਕਾ ਨੂੰ ਕਰਜ਼ਿਆਂ ਦਾ ਭੁਗਤਾਨ ਸੋਨੇ ਦੇ ਰੂਪ ਵਿੱਚ ਹੋਣ ਲੱਗਾ। ਫਰਾਂਸ ਨੇ ਵੀ ਜਰਮਨੀ ਤੋਂ ਹਰਜਾਨੇ ਦੀ ਕਾਫੀ ਰਕਮ ਸੋਨੇ ਦੇ ਰੂਪ ਦੇ ਵਿੱਚ ਪ੍ਰਾਪਤ ਕੀਤੀ। ਸਿੱਟੇ ਵਜੋਂ ਸੰਯੁਕਤ ਰਾਜ ਅਮਰੀਕਾ ਤੇ ਫਰਾਂਸ ਕੋਲ ਕਾਫੀ ਮਾਤਰਾ ਦੇ ਵਿੱਚ ਸੋਨਾ ਆ ਗਿਆ, ਪਰੰਤੂ ਬਹੁਤ ਸਾਰੇ ਹੋਰ ਯੂਰਪੀ ਦੇਸ਼ਾਂ ਵਿੱਚ ਸੋਨੇ ਦੀ ਕਮੀ ਆ ਗਈ। ਸੋਨੇ ਦੀ ਘਾਟ ਦੇ ਕਾਰਨ ਇਹਨਾਂ ਦੇਸ਼ਾਂ ਦੀ ਅਰਥ ਵਿਵਸਥਾ ਵਿਗੜ ਗਈ, ਜੋ ਅੰਤ ਆਰਥਿਕ ਸੰਕਟ ਦਾ ਰੂਪ ਧਾਰਨ ਕਰ ਗਈ। ਅਗਲਾ ਕਾਰਨ ਹੈ ਵਰਸਾਏ ਦੀ ਸੰਧੀ ਦੀਆਂ ਨਜਾਇਜ਼ ਆਰਥਿਕ ਧਾਰਾਵਾਂ। ਵਿਸ਼ਵ ਯੁੱਧ ਦੀ ਸਮਾਪਤੀ ਉਪਰੰਤ ਇੰਗਲੈਂਡ ਅਤੇ ਫਰਾਂਸ ਜੇਤੂ ਦੇਸ਼ਾਂ ਦਾ ਮੁੱਖ ਉਦੇਸ਼ ਜਰਮਨੀ ਨੂੰ ਆਰਥਿਕ ਪੱਖ ਤੋਂ ਕਮਜ਼ੋਰ ਕਰਨਾ ਸੀ। ਇਸ ਲਈ ਉਹਨਾਂ ਦੇ ਪ੍ਰਭਾਵ ਦੇ ਹੇਠ ਹੋਈ ਵਰਸਾਏ ਦੀ ਸੰਧੀ ਦੇ ਅਨੁਸਾਰ ਜਰਮਨੀ ਉੱਤੇ ਯੁੱਧ ਦੇ ਹਰਜਾਨੇ ਸੰਬੰਧੀ ਨਜਾਇਜ਼ ਸ਼ਰਤਾਂ ਥੋਪੀਆਂ ਗਈਆਂ। ਇਸ ਸੰਧੀ ਦੀ ਧਾਰਾ 231 ਵਿੱਚ ਕਿਹਾ ਗਿਆ ਕਿ ਜਰਮਨੀ ਅਤੇ ਉਸ ਦੇ ਸਾਥੀ ਯੁੱਧ ਦੇ ਕਾਰਨ ਮਿੱਤਰ ਦੇਸ਼ਾਂ ਦੀਆਂ ਸਰਕਾਰਾਂ ਅਤੇ ਉਹਨਾਂ ਦੇ ਲੋਕਾਂ ਨੂੰ ਹੋਏ ਸਾਰੇ ਨੁਕਸਾਨਾਂ ਲਈ ਜ਼ਿੰਮੇਵਾਰ ਹਨ। ਜਰਮਨੀ ਨੂੰ ਆਪਣੇ ਸਾਰੇ ਤਜਾਰਤੀ
ਤੇ ਲੜਾਕੂ ਜਹਾਜ਼ ਇੰਗਲੈਂਡ ਤੇ ਫਰਾਂਸ ਨੂੰ ਦੇਣ ਲਈ ਕਿਹਾ ਗਿਆ। ਜਰਮਨੀ ਵੱਲੋਂ ਦਿੱਤੀ ਜਾਣ ਵਾਲੀ ਯੁੱਧ ਦੇ ਹਰਜਾਨੇ ਵਜੋਂ ਰਕਮ ਨਿਸ਼ਚਿਤ ਕਰਨ ਲਈ ਇੱਕ ਹਰਜਾਨਾ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ। ਇਸ ਕਮਿਸ਼ਨ ਦੇ ਵਿੱਚ USA, ਇੰਗਲੈਂਡ, ਫਰਾਂਸ ਤੇ ਇਟਲੀ ਦੇ 2-2 ਪ੍ਰਤੀਨਿਧ, ਬੈਲਜੀਅਮ, ਜਾਪਾਨ ਅਤੇ ਯੂਗੋਸਲਾਵੀਆ ਦਾ 1-1 ਪ੍ਰਤੀਨਿਧ ਸੀ। ਕਿਉਂਕਿ USA ਨੇ ਇਸ ਵਿੱਚ ਕੋਈ ਹਿੱਸਾ ਨਾ ਲਿਆ, ਇਸ ਲਈ ਕਮਿਸ਼ਨ ਰਾਹੀਂ ਫੈਸਲੇ ਕਰਨ ਦੀ ਸ਼ਕਤੀ ਮੁੱਖ ਰੂਪ ਦੇ ਵਿੱਚ ਇੰਗਲੈਂਡ ਤੇ ਫਰਾਂਸ ਦੇ ਹੱਥ ਵਿੱਚ ਆ ਗਈ। ਇਸ ਕਮਿਸ਼ਨ ਨੇ ਫੈਸਲਾ ਕੀਤਾ ਕਿ ਜਰਮਨੀ ਯੁੱਧ ਦੇ ਹਰਜਾਨੇ ਵਜੋਂ ਮਿੱਤਰ ਦੇਸ਼ਾਂ ਨੂੰ ਕੁੱਲ 6,600 ਮਿਲੀਅਨ ਪਾਉਂਡ ਦੀ ਰਕਮ ਕਿਸ਼ਤਾਂ ਵਿੱਚ ਅਦਾ ਕਰੂਗਾ। ਇਹ ਰਕਮ USA, ਇੰਗਲੈਂਡ, ਫਰਾਂਸ, ਇਟਲੀ, ਬੈਲਜੀਅਮ ਇਹਨਾਂ ਦੇਸ਼ਾਂ ਨੂੰ ਕੋਲੇ, ਜਹਾਜ਼ਾਂ, ਪਣਡੁੱਬੀਆਂ ਅਤੇ ਅਮੋਨੀਅਮ ਸਲਫੇਟ ਦੇ ਰੂਪ ਦੇ ਵਿੱਚ ਦਿੱਤੀ ਜਾਣੀ ਸੀ। ਸਪਸ਼ਟ ਹੈਗਾ ਕਿ ਯੁੱਧ ਦੇ ਹਰਜਾਨੇ ਦੇ ਵਜੋਂ ਜਰਮਨੀ ਦੇ ਉੱਤੇ ਥੋਪੀਆਂ ਗਈਆਂ ਇਹ ਸ਼ਰਤਾਂ ਨਜਾਇਜ਼ ਤੇ ਨਿੰਦਣਯੋਗ ਸਨ। ਇੱਕ ਪਾਸੇ ਤਾਂ ਜਰਮਨੀ ਦੇ ਬਹੁਤ ਸਾਰੇ ਪ੍ਰਦੇਸ਼ ਖੋਹ ਕੇ ਉਸ ਨੂੰ ਕਾਫੀ ਮਾਤਰਾ ਦੇ ਵਿੱਚ ਖਣਿਜ ਪਦਾਰਥਾਂ ਤੋਂ ਵਾਂਝਿਆ ਕਰ ਦਿੱਤਾ ਗਿਆ। ਦੂਜੇ ਪਾਸੇ ਉਸ ਨੂੰ ਭਾਰੀ ਧਨ ਰਾਸ਼ੀ ਦੇਣ ਨੂੰ ਕਿਹਾ ਗਿਆ। ਜਿਵੇਂ ਕਿਹਾ ਜਾਂਦਾ ਵੀ ਮੁਰਗੀ ਨੂੰ ਭੁੱਖਾ ਮਾਰ ਕੇ ਉਸ ਤੋਂ ਸੋਨੇ ਦੇ ਆਂਡੇ ਦੀ ਆਸ ਰੱਖਣਾ, ਇਹ ਗੱਲ ਉਸ ਦੇ ਬਰਾਬਰ ਸੀ। ਉਸ ਸਮੇਂ ਜਰਮਨੀ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੋ ਗਈ ਸੀ ਕਿ ਉਹ ਯੁੱਧ ਦੇ ਹਰਜਾਨੇ ਦੀ ਰਕਮ ਅਦਾ ਕਰਨ ਦੇ ਯੋਗ ਨਹੀਂ ਸੀ। ਇਸ ਲਈ ਮਜਬੂਰ ਹੋ ਕੇ ਜਰਮਨੀ ਦੀ ਸਰਕਾਰ ਨੇ ਕਾਗਜ਼ੀ ਮੁਦਰਾ ਵਿਸਥਾਰ ਰੂਪ ਵਿੱਚ ਜਾਰੀ ਕਰ ਦਿੱਤੀ। ਇਸ ਦੇ ਸਿੱਟੇ ਦੇ ਵਜੋਂ ਜਰਮਨ ਸਿੱਕੇ ਮਾਰਕ ਦੀ ਕੀਮਤ ਦਿਨੋਂ ਦਿਨ ਘਟਣ ਲੱਗੀ। ਜਨਵਰੀ 1923 ਈਸਵੀ ਦੇ ਵਿੱਚ $1 ਦੀ ਕੀਮਤ 50,000 ਜਰਮਨ ਮਾਰਕ ਦੇ ਬਰਾਬਰ ਹੋ ਗਈ, ਜੋ ਕਈ ਮਹੀਨਿਆਂ ਵਿੱਚ ਕਈ ਗੁਣਾ ਵੱਧ ਗਈ। ਜੁਲਾਈ ਦੇ ਮਹੀਨੇ ਪ੍ਰਤੀ ਡਾਲਰ 2 ਲੱਖ ਮਾਰਕ ਦੇ ਬਰਾਬਰ ਹੋ ਗਈ। ਅਜਿਹੀ ਹਾਲਤ ਦੇ ਵਿੱਚ ਜਰਮਨੀ ਲਈ ਯੁੱਧ ਦਾ ਹਰਜਾਨਾ ਚੁਕਾਉਣਾ ਲਗਭਗ ਅਸੰਭਵ ਹੋ ਗਿਆ। ਜਰਮਨੀ ਵੱਲੋਂ ਹਰਜਾਨੇ ਦੀ ਅਦਾਇਗੀ ਨਾ ਹੋਣ ਕਾਰਨ ਫਰਾਂਸ ਤੇ ਬੈਲਜੀਅਮ ਨੇ ਜਰਮਨੀ ਦੇ ਰੂੜ ਪ੍ਰਦੇਸ਼ ਦੇ ਉੱਤੇ ਜਬਰੀ ਕਬਜ਼ਾ ਕਰ ਲਿਆ। ਰੂੜ ਦੇ ਜਰਮਨ ਮਜ਼ਦੂਰਾਂ ਨੇ ਵਿਦੇਸ਼ੀਆਂ ਨੂੰ ਸਹਿਯੋਗ ਨਾ ਦਿੱਤਾ। ਉਹਨਾਂ ਨੇ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਜਰਮਨੀ ਦੇ ਫਰਾਂਸ ਨਾਲ ਸੰਬੰਧ ਵਿਗੜ ਗਏ ਤੇ ਜਰਮਨੀ ਨੇ ਹਰਜਾਨੇ ਦੀ ਰਕਮ ਦੇਣੀ ਬੰਦ ਕਰ ਦਿੱਤੀ। ਜਰਮਨੀ ਦੀ ਹਰਜਾਨੇ ਦੀ ਅਦਾਇਗੀ ਦੇ ਸੰਬੰਧੀ ਸਮੱਸਿਆ ਦੇ ਉੱਤੇ ਮੁੜ ਵਿਚਾਰ ਕਰਨ ਲਈ ਅਮਰੀਕੀ ਅਰਥਸ਼ਾਸਤਰੀ ਚਾਰਲਸ ਡਵੇਸ ਦੀ ਪ੍ਰਧਾਨਗੀ ਦੇ ਵਿੱਚ ਇੱਕ ਕਮੇਟੀ ਨਿਯੁਕਤ ਕੀਤੀ ਗਈ। ਇਸ ਕਮੇਟੀ ਨੇ ਅਪ੍ਰੈਲ 1924 ਈਸਵੀ ਵਿੱਚ ਕੁਝ ਸੁਝਾਅ ਦਿੱਤੇ ਜਿਹੜੇ ਡਵੇਸ ਯੋਜਨਾ ਦੇ ਨਾਂ ਨਾਲ ਪ੍ਰਸਿੱਧ ਹੋਏ। ਇਸ ਯੋਜਨਾ ਦੇ ਅਨੁਸਾਰ ਜਰਮਨੀ ਤੋਂ ਹਰਜਾਨੇ ਦੀ ਰਕਮ ਛੋਟੀਆਂ ਸਾਲਾਨਾ ਕਿਸ਼ਤਾਂ ਵਿੱਚ ਲਈ ਜਾਣੀ ਸੀ। ਜਰਮਨੀ ਨੂੰ ਆਪਣੇ ਆਰਥਿਕ ਸਾਧਨਾਂ ਦੇ ਉੱਤੇ ਕੰਟਰੋਲ ਦਾ ਪੂਰਾ ਅਧਿਕਾਰ ਦੇ ਦਿੱਤਾ ਗਿਆ। ਜਰਮਨੀ ਦੇ ਵਿੱਚ ਇੱਕ ਨਵੀਂ ਮੁਦਰਾ ਪ੍ਰਚਲਿਤ ਕਰਨ ਦੀ ਵਿਵਸਥਾ ਕੀਤੀ ਗਈ। ਇਸ ਤਰ੍ਹਾਂ ਜਰਮਨੀ ਦੇ ਹਰਜਾਨੇ ਦੀ ਸਮੱਸਿਆ ਨੂੰ ਰਾਜਨੀਤਿਕ ਪੱਖ ਦੀ ਬਜਾਏ ਆਰਥਿਕ ਪੱਖ ਤੋਂ ਸੁਲਝਾਉਣ ਦੇ ਯਤਨ ਕੀਤੇ ਗਏ। ਇਸ ਯੋਜਨਾ ਨੇ ਜਰਮਨੀ ਦੀ ਅਰਥ ਵਿਵਸਥਾ ਵਿੱਚ ਕੁਝ ਹੱਦ ਤੱਕ ਸੁਧਾਰ ਕੀਤਾ। ਜਰਮਨੀ ਦੇ ਮਿੱਤਰ ਦੇਸ਼ਾਂ ਨਾਲ ਸੰਬੰਧ ਵੀ ਕੁਝ ਹੱਦ ਤੱਕ ਚੰਗੇ ਹੋ ਗਏ। ਹਰਜਾਨਾ ਦੇਣ ਲਈ ਜਰਮਨੀ ਲਈ ਵਿਦੇਸ਼ੀ ਕਰਜ਼ਿਆਂ ਦਾ ਪ੍ਰਬੰਧ ਕੀਤਾ ਗਿਆ। ਜਰਮਨੀ ਦੇ ਹਰਜਾਨੇ ਦੀ ਸਮੱਸਿਆ ਨੂੰ ਅੰਤਿਮ ਰੂਪ ਦੇ ਵਿੱਚ ਹੱਲ ਕਰਨ ਦੇ ਉਦੇਸ਼ ਦੇ ਨਾਲ ਓਵਨ ਜੰਗ ਦੀ ਪ੍ਰਧਾਨਗੀ ਹੇਠ ਇੱਕ ਹੋਰ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ। ਇਸ ਕਮਿਸ਼ਨ ਦੇ ਰਾਹੀਂ ਤਿਆਰ ਕੀਤੀ ਗਈ ਯੋਜਨਾ ਨੂੰ ਮਿੱਤਰ ਦੇਸ਼ਾਂ ਨੇ ਤੇ ਜਰਮਨੀ ਨੇ ਪ੍ਰਵਾਨ ਕਰ ਲਿਆ। ਇਸ ਦੇ ਅਨੁਸਾਰ ਜਰਮਨੀ ਦਾ ਕਰਜ਼ਾ ਬਹੁਤ ਘਟਾ ਦਿੱਤਾ ਗਿਆ ਅਤੇ ਇਹ ਨਿਸ਼ਚਿਤ ਹੋਇਆ ਕਿ ਉਹ ਪ੍ਰਤੀ ਸਾਲ 100 ਮਿਲੀਅਨ ਪਾਉਂਡ ਦੀ ਧਨ ਰਾਸ਼ੀ 37 ਸਾਲਾਨਾ ਕਿਸ਼ਤਾਂ ਵਿੱਚ ਅਦਾ ਕਰੇਗਾ। ਇਸ ਸਮੇਂ ਤੱਕ ਜਰਮਨੀ ਰਾਹੀਂ ਜੁਰਮਾਨੇ ਦੀ ਰਕਮ ਅਦਾ ਕਰਨ ਤੇ ਦੇਸ਼ ਦੇ ਬਹੁਪੱਖੀ ਵਿਕਾਸ ਲਈ ਲਏ ਗਏ ਕਰਜ਼ਿਆਂ ਦੀ ਰਕਮ 5000 ਮਿਲੀਅਨ ਡਾਲਰ ਤੱਕ ਪੁੱਜ ਚੁੱਕੀ ਸੀ। ਅਜਿਹੇ ਹਾਲਾਤ ਵਿੱਚ ਅਚਾਨਕ ਆਰਥਿਕ ਮੰਦਾ ਆ ਗਿਆ।
ਜਿਸ ਨੇ ਜਰਮਨੀ ਤੇ ਹੋਰ ਯੂਰਪੀ ਦੇਸ਼ਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਇਸ ਨਾਲ ਜਰਮਨੀ ਦੀ ਅਰਥ ਵਿਵਸਥਾ ਬਹੁਤ ਵਿਗੜ ਗਈ। ਹਾਲਾਤ ਤੋਂ ਮਜਬੂਰ ਹੋ ਕੇ ਉਸ ਨੂੰ ਹਰਜਾਨੇ ਦੀ ਰਕਮ ਦੀ ਅਦਾਇਗੀ ਮੁਲਤਵੀ ਕਰਨੀ ਪਈ। ਇਸ ਨੇ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਜਿਨ੍ਹਾਂ ਨੇ ਜਰਮਨੀ ਤੋਂ ਹਰਜਾਨੇ ਦੀ ਰਕਮ ਲੈਣੀ ਸੀ, ਉਹਨਾਂ ਦੀ ਅਰਥ ਵਿਵਸਥਾ ਅਤੇ ਉਹਨਾਂ ਦੇਸ਼ਾਂ ਵਿੱਚ ਆਏ ਆਰਥਿਕ ਮੰਦੇ ਦੇ ਸਰੂਪ ਨੂੰ ਪ੍ਰਭਾਵਿਤ ਕੀਤਾ। ਪੰਜਵਾਂ ਕਾਰਨ ਯੁੱਧ ਸੰਬੰਧੀ ਕਰਜ਼ਿਆਂ ਦੀ ਸਮੱਸਿਆ ਦਾ ਹੋਣਾ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸ਼ਾਂ ਨੇ ਦੁਸ਼ਮਣਾਂ ਵਿਰੁੱਧ ਇੱਕ ਦੂਜੇ ਦੀ ਧਨ, ਸੈਨਿਕਾਂ ਅਤੇ ਯੁੱਧ ਸਮੱਗਰੀ ਨਾਲ ਸਹਾਇਤਾ ਕੀਤੀ ਸੀ। USA ਅਤੇ ਇੰਗਲੈਂਡ ਵਰਗੇ ਅਮੀਰ ਦੇਸ਼ਾਂ ਨੇ ਫਰਾਂਸ ਅਤੇ ਇਟਲੀ ਨੂੰ ਭਾਰੀ ਰਕਮਾਂ ਦਿੱਤੀਆਂ ਸਨ। ਇੰਗਲੈਂਡ ਨੇ ਵੀ USA ਤੋਂ ਕਾਫੀ ਕਰਜ਼ਾ ਲਿਆ ਸੀ। ਇਸ ਤਰ੍ਹਾਂ USA ਨੂੰ ਛੱਡ ਕੇ ਦੂਜੇ ਸਾਰੇ ਮਿੱਤਰ ਦੇਸ਼ਾਂ ਨੇ ਯੁੱਧ ਸੰਬੰਧੀ ਕਰਜ਼ੇ ਲਏ ਸਨ। ਯੁੱਧ ਦੀ ਸਮਾਪਤੀ ਤੋਂ ਬਾਅਦ ਇਹਨਾਂ ਕਰਜ਼ਿਆਂ ਦੀ ਅਦਾਇਗੀ ਦਾ ਮਸਲਾ ਸਾਹਮਣੇ ਆਇਆ। USA ਨੇ ਕਰਜ਼ੇ ਚੁਕਾਉਣ ਦੀ ਮੰਗ ਕੀਤੀ, ਪਰ ਫਰਾਂਸ ਅਤੇ ਦੂਜੇ ਦੇਸ਼ਾਂ ਨੇ ਅਜਿਹੇ ਕਰਜ਼ੇ ਮਾਫ ਕਰ ਦੇਣ ਲਈ ਇਹ ਦਲੀਲ ਦਿੱਤੀ ਕਿ ਉਹ ਸਾਰੇ ਮਿਲ ਕੇ ਆਪਣੇ ਸਾਂਝੇ ਹਿੱਤਾਂ ਦੀ ਪੂਰਤੀ ਲਈ ਦੁਸ਼ਮਣਾਂ ਵਿਰੁੱਧ ਲੜੇ ਸਨ ਅਤੇ ਉਹਨਾਂ ਨੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਉਠਾਇਆ ਸੀ। ਅੰਤ ਵਿੱਚ ਇੰਗਲੈਂਡ ਅਤੇ ਫਰਾਂਸ ਜਰਮਨੀ ਤੋਂ ਹਰਜਾਨੇ ਦੀ ਰਕਮ ਵਸੂਲ ਹੋਣ ਦੀ ਸ਼ਰਤ ਤੇ USA ਨੂੰ ਕਰਜ਼ੇ ਵਾਪਸ ਕਰਨ ਲਈ ਮੰਨ ਗਏ। ਇਸ ਸਮਝੌਤੇ ਅਨੁਸਾਰ ਇੰਗਲੈਂਡ ਅਤੇ ਦੂਜੇ ਦੇਸ਼ਾਂ ਨੇ ਜਰਮਨੀ ਤੋਂ ਹਰਜਾਨੇ ਵਜੋਂ ਪ੍ਰਾਪਤ ਹੋਈ ਧਨ ਰਾਸ਼ੀ ਨਾਲ USA ਨੂੰ ਕਰਜ਼ਿਆਂ ਦੀਆਂ ਕੁਝ ਕਿਸ਼ਤਾਂ ਚੁਕਾ ਦਿੱਤੀਆਂ। 1929 ਈਸਵੀ ਵਿੱਚ ਆਰਥਿਕ ਮੰਦੇ ਦੇ ਕਾਰਨ ਅਰਥ ਵਿਵਸਥਾ ਵਿਗੜ ਜਾਣ ਕਾਰਨ ਜਰਮਨੀ ਲਈ ਖਰਜਾਨੇ ਦੀਆਂ ਕਿਸ਼ਤਾਂ ਅਦਾ ਕਰਨੀਆਂ ਅਸੰਭਵ ਹੋ ਗਈਆਂ। ਇਸ ਲਈ ਯੂਰਪੀ ਦੇਸ਼ਾਂ ਲਈ ਵੀ USA ਨੂੰ ਕਰਜ਼ੇ ਦੀਆਂ ਕਿਸ਼ਤਾਂ ਚੁਕਾਉਣੀਆਂ ਮੁਸ਼ਕਲ ਹੋ ਗਈਆਂ। ਇਸ ਤਰ੍ਹਾਂ ਆਰਥਿਕ ਮੰਦੇ ਨੇ ਕਰਜ਼ਿਆਂ ਦੀ ਅਦਾਇਗੀ ਨੂੰ ਪ੍ਰਭਾਵਿਤ ਕੀਤਾ ਅਤੇ ਕਰਜ਼ਿਆਂ ਦੀ ਅਦਾਇਗੀ ਦੀ ਸਮੱਸਿਆ ਨੇ ਆਰਥਿਕ ਮੰਦੇ ਨੂੰ। ਅਗਲਾ ਕਾਰਨ ਹੈ ਵਾਧੂ ਉਦਯੋਗਿਕ ਉਤਪਾਦਨ ਦਾ। ਪਹਿਲੇ ਮਹਾਯੁੱਧ ਉਪਰੰਤ ਯੂਰਪ ਦੇ ਵੱਖ-ਵੱਖ ਦੇਸ਼ਾਂ ਅਤੇ USA ਨੇ ਆਪਣੇ ਦੇਸ਼ਾਂ ਦਾ ਉਦਯੋਗਿਕ ਉਤਪਾਦਨ ਵਧਾਉਣ ਦੇ ਲਗਾਤਾਰ ਯਤਨ ਕੀਤੇ, ਕਿਉਂਕਿ ਉਹ ਹਰੇਕ ਚੀਜ਼ ਲਈ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਸਨ। ਭਾਵੇਂ ਕੁਝ ਦੇਸ਼ਾਂ ਵਿੱਚ ਤਿਆਰ ਕੀਤੀਆਂ ਗਈਆਂ ਚੀਜ਼ਾਂ ਵਿਦੇਸ਼ਾਂ ਤੋਂ ਮੰਗਵਾਈਆਂ ਚੀਜ਼ਾਂ ਤੋਂ ਮਹਿੰਗੀਆਂ ਪੈਂਦੀਆਂ ਸਨ, ਫਿਰ ਵੀ ਇਹਨਾਂ ਚੀਜ਼ਾਂ ਦੀ ਦਰਾਮਦ ਕਰਨ ਦੀ ਬਜਾਏ ਇਹਨਾਂ ਦਾ ਦੇਸ਼ ਵਿੱਚ ਹੀ ਉਤਪਾਦਨ ਕੀਤਾ ਜਾਂਦਾ ਸੀ। ਨਤੀਜੇ ਵਜੋਂ ਇਹਨਾਂ ਦੇਸ਼ਾਂ ਵਿੱਚ ਸੂਤੀ ਕੱਪੜੇ, ਊਨੀ ਕੱਪੜੇ, ਚੀਨੀ, ਰਾਵੜ, ਪਲਾਸਟਿਕ ਦਾ ਸਮਾਨ, ਮੋਟਰ ਗੱਡੀਆਂ, ਬਿਜਲੀ ਦਾ ਸਮਾਨ ਆਦਿ ਸਾਰੀਆਂ ਵਸਤਾਂ ਦਾ ਉਤਪਾਦਨ ਲੋੜ ਤੋਂ ਬਹੁਤ ਜ਼ਿਆਦਾ ਵੱਧ ਗਿਆ। ਜਿਉਂ-ਜਿਉਂ ਕਈ ਵਸਤਾਂ ਦਾ ਉਤਪਾਦਨ ਵੱਧਦਾ ਗਿਆ, ਤਿਉਂ-ਤਿਉਂ ਉਸ ਦੇਸ਼ ਵਿੱਚ ਇਹਨਾਂ ਵਸਤਾਂ ਦੀ ਮੰਗ ਘਟਦੀ ਗਈ। ਸਮਾਂ ਬੀਤਣ ਤੇ ਇਹਨਾਂ ਵਸਤਾਂ ਦੀ ਬਰਾਮਦ ਲਾਭਦਾਇਕ ਨਾ ਰਹੀ। ਸੁਭਾਵਿਕ ਹੀ ਇਹਨਾਂ ਵਿੱਚੋਂ ਕਈ ਚੀਜ਼ਾਂ ਦੀਆਂ ਕੀਮਤਾਂ ਗਿਰ ਗਈਆਂ। ਇਹ 1929-31 ਈਸਵੀ ਦੇ ਆਰਥਿਕ ਮੰਦੇ ਦਾ ਇੱਕ ਮੁੱਖ ਕਾਰਨ ਸਿੱਧ ਹੋਇਆ। ਜਿਓਫਰੇ ਬਰੂਨ ਦੇ ਵਿਚਾਰ ਅਨੁਸਾਰ ਜ਼ਰੂਰੀ ਚੀਜ਼ਾਂ ਦੇ ਵਾਧੂ ਉਤਪਾਦਨ ਦੀ ਗੱਲ ਕਰਨਾ, ਜਦੋਂ ਕਿ ਲੱਖਾਂ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦੀ ਬਹੁਤ ਲੋੜ ਸੀ, ਤਰਕਸ਼ੀਲ ਨਹੀਂ। ਇੰਜ ਜਾਪਦਾ ਸੀ ਕਿ ਚੀਜ਼ਾਂ ਦਾ ਉਤਪਾਦਨ ਨਹੀਂ, ਸਗੋਂ ਚੀਜ਼ਾਂ ਦਾ ਵਿਤਰਣ ਦੋਸ਼ਪੂਰਨ ਸੀ। ਸੱਤਵਾਂ ਕਾਰਨ ਹੈ ਅੰਤਰਰਾਸ਼ਟਰੀ ਵਪਾਰ ਉੱਤੇ ਪਾਬੰਦੀਆਂ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਮਿੱਤਰ ਦੇਸ਼ਾਂ ਤੇ ਹਾਰੇ ਹੋਏ ਦੇਸ਼ਾਂ ਨੇ ਆਪਣੇ ਸਵਾਰਥੀ ਹਿੱਤਾਂ ਦੀ ਪਾਲਣਾ ਲਈ ਅੰਤਰਰਾਸ਼ਟਰੀ ਵਪਾਰ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ। ਆਪਣੇ ਦੇਸ਼ ਦੇ ਉਤਪਾਦਨ ਦੀ ਰੱਖਿਆ ਕਰਨ ਲਈ ਉਹਨਾਂ ਨੇ ਵਿਦੇਸ਼ੀ ਵਸਤਾਂ ਦੀ ਦਰਾਮਦ ਉੱਤੇ ਭਾਰੀ ਸੀਮਾ ਸ਼ੁਲਕ ਲਗਾ ਦਿੱਤੇ। ਇਸ ਸਬੰਧ ਵਿੱਚ USA ਨੇ ਪਹਿਲ ਕੀਤੀ ਅਤੇ ਇਸ ਤੋਂ ਬਾਅਦ ਯੂਰਪੀ ਦੇਸ਼ਾਂ ਨੇ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਅਜਿਹੇ ਦਰਾਮਦ ਕਰ ਲਗਾ ਦਿੱਤੇ। ਇਸ ਨਾਲ ਨਾ ਕੇਵਲ ਅਮਰੀਕਾ ਦੇ ਵਿਦੇਸ਼ੀ ਵਪਾਰ ਦੇ ਵਿੱਚ ਗਿਰਾਵਟ ਆਈ, ਸਗੋਂ ਇਸ ਨੇ ਅੰਤਰਰਾਸ਼ਟਰੀ ਵਪਾਰ ਨੂੰ ਵੀ ਭਾਰੀ ਧੱਕਾ ਪਹੁੰਚਾਇਆ। ਇਸ ਤੋਂ ਇਲਾਵਾ ਯੂਰਪੀ ਸ਼ਕਤੀਆਂ ਵੱਲੋਂ ਮੰਡੀਆਂ ਉੱਤੇ ਅਧਿਕਾਰ ਕਰਨ ਦੇ ਯਤਨ ਵੀ ਕੀਤੇ ਗਏ।
ਜਿਵੇਂ ਫਰਾਂਸ ਦੇ ਯਤਨਾਂ ਵਜੋਂ ਕੁਝ ਯੂਰਪੀ ਸ਼ਕਤੀਆਂ ਦਾ ਵਪਾਰਕ ਸੰਘ ਕਾਇਮ ਕੀਤਾ ਗਿਆ। ਇਸ ਦੇ ਵਿਰੁੱਧ ਜਰਮਨੀ ਅਤੇ ਆਸਟਰੀਆ ਨੇ ਵਿਰੋਧੀ ਵਪਾਰਕ ਸੰਘ ਬਣਾਉਣ ਦੇ ਯਤਨ ਕੀਤੇ। ਫਰਾਂਸ ਨੇ ਆਸਟਰੀਆ ਤੇ ਜਰਮਨੀ ਦੇ ਪ੍ਰਯੋਜਿਤ ਆਰਥਿਕ ਗੱਠਜੋੜ ਨੂੰ ਨਿਸਫਲ ਕਰਨ ਦੇ ਯਤਨ ਕੀਤੇ। ਵਿਰੋਧੀ ਦੇਸ਼ਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਬਣਾਈਆਂ ਗਈਆਂ ਕੋਝੀਆਂ ਯੋਜਨਾਵਾਂ ਦਾ ਯੂਰਪੀ ਦੇਸ਼ਾਂ ਦੀ ਅਰਥ ਵਿਵਸਥਾ ਅਤੇ ਅੰਤਰਰਾਸ਼ਟਰੀ ਵਪਾਰ ਦੇ ਉੱਤੇ ਮਾੜਾ ਅਸਰ ਪਿਆ। ਇਹ ਵੀ ਆਰਥਿਕ ਮੰਦੇ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇੱਕ ਕਾਰਨ ਸਿੱਧ ਹੋਇਆ। ਤਤਕਾਲੀ ਕਾਰਨ ਹੈ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਧਮਾਕਾ ਹੋਣਾ। ਪਹਿਲੇ ਮਹਾਯੁੱਧ ਦੇ ਸਿੱਟੇ ਵਜੋਂ ਜਿੱਥੇ ਯੂਰਪੀ ਦੇਸ਼ਾਂ ਦੀ ਆਰਥਿਕ ਹਾਲਤ ਪਤਲੀ ਹੋ ਗਈ ਸੀ, ਉੱਥੇ USA ਦੀ ਅਰਥ ਵਿਵਸਥਾ ਦੀ ਸਥਿਰਤਾ ਬਣੀ ਰਹੀ ਸੀ। USA ਦੇ ਉਤਪਾਦਨ ਵਿੱਚ ਵਾਧਾ ਹੋ ਰਿਹਾ ਸੀ ਅਤੇ ਚੀਜ਼ਾਂ ਦਾ ਉਤਪਾਦਨ ਤੇ ਉਹਨਾਂ ਦੀ ਲਾਗਤ ਵਿੱਚ ਉਚਿਤ ਅਨੁਪਾਤ ਕਾਇਮ ਸੀ। ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਸਨ ਅਤੇ ਹਰ ਪਾਸੇ ਆਰਥਿਕ ਤੇਜ਼ੀ ਨਜ਼ਰ ਆਉਂਦੀ ਸੀ। ਸਟਾਕ ਮਾਰਕੀਟ ਦੇ ਕਾਰੋਬਾਰ ਵਿੱਚ ਤੇਜ਼ੀ ਆ ਰਹੀ ਸੀ ਅਤੇ ਫਰਵਰੀ 1928 ਈਸਵੀ ਤੋਂ ਸਤੰਬਰ 1929 ਈਸਵੀ ਤੱਕ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਸਟਾਕ ਦਾ ਮੁੱਲ $51 ਮਿਲੀਅਨ ਵਧ ਗਿਆ ਸੀ। USA ਦੀ ਅਜਿਹੀ ਆਰਥਿਕ ਸਮ੍ਰਿੱਧੀ ਕਾਰਨ ਹੀ ਯੂਰਪੀ ਦੇਸ਼ਾਂ ਦੀ ਅਰਥ ਵਿਵਸਥਾ ਤਬਾਹ ਹੋਣ ਤੋਂ ਬਚੀ ਹੋਈ ਸੀ, ਕਿਉਂਕਿ USA ਰਾਹੀਂ ਦਿੱਤੀ ਗਈ ਆਰਥਿਕ ਸਹਾਇਤਾ ਤੇ ਕਰਜ਼ਿਆਂ ਸਦਕਾ ਹੀ ਜਰਮਨੀ ਦੇ ਹਰਜਾਨੇ, ਇਸ ਤੋਂ ਬਿਨਾਂ ਦੂਜੇ ਯੂਰਪੀ ਦੇਸ਼ਾਂ ਦੇ ਯੁੱਧ ਕਰਜ਼ਿਆਂ ਸੰਬੰਧੀ ਸਮੱਸਿਆਵਾਂ ਸੁਲਝਾਈਆਂ ਜਾ ਰਹੀਆਂ ਸਨ। ਪਰੰਤੂ USA ਦੀ ਇਹ ਸਮ੍ਰਿੱਧੀ ਵਾਸਤਵਿਕ ਨਹੀਂ ਸੀ, ਕੇਵਲ ਓਪਰੀ ਸੀ। 1920 ਤੋਂ 29 ਈਸਵੀ ਦੌਰਾਨ USA ਵਿੱਚ ਬੇਰੁਜ਼ਗਾਰੀ ਕਾਫੀ ਵੱਧ ਗਈ ਸੀ। ਕ੍ਰਿਸ਼ੀ ਉਤਪਾਦਨ ਦੀਆਂ ਕੀਮਤਾਂ ਡਿੱਗ ਗਈਆਂ ਸਨ, ਜਿਸ ਕਰਕੇ ਕਿਸਾਨਾਂ ਲਈ ਕ੍ਰਿਸ਼ੀ ਦਾ ਜਿਹੜਾ ਕਿੱਤਾ ਸੀ ਉਹ ਲਾਭਦਾਇਕ ਨਹੀਂ ਰਿਹਾ ਸੀ। ਲੋਕਾਂ ਦੀ ਚੀਜ਼ਾਂ ਖਰੀਦਣ ਦੀ ਪ੍ਰਥਾ ਘਟਦੀ ਜਾ ਰਹੀ ਸੀ। ਦੇਸ਼ ਦੇ ਬਹੁਤੇ ਧਨ ਦਾ ਵਿਤਰਣ ਅਨੁਚਿਤ ਢੰਗ ਨਾਲ ਹੋ ਰਿਹਾ ਸੀ। ਵਿਦੇਸ਼ੀ ਵਪਾਰ ਵਿੱਚ ਗਿਰਾਵਟ ਆ ਰਹੀ ਸੀ। ਅਜਿਹੀਆਂ ਪ੍ਰਸਥਿਤੀਆਂ ਵਿੱਚ ਨਿਊਯਾਰਕ ਸਟਾਕ ਐਕਸਚੇਂਜ ਵਿੱਚ 24 ਅਕਤੂਬਰ 1929 ਈਸਵੀ ਨੂੰ ਅਚਾਨਕ ਧਮਾਕਾ ਹੋਇਆ। ਕੀਮਤਾਂ ਤੇਜ਼ੀ ਨਾਲ ਗਿਰ ਗਈਆਂ ਅਤੇ ਲੋਕ ਸ਼ੇਅਰ ਵੇਚਣ ਲਈ ਪਾਗਲ ਹੋ ਗਏ। ਕੁਝ ਹਫ਼ਤਿਆਂ ਦੇ ਅੰਦਰ ਅੰਦਰ ਹੀ ਸਟਾਕ ਦੀਆਂ ਕੀਮਤਾਂ ਵਿੱਚ 4% ਦੀ ਗਿਰਾਵਟ ਆ ਗਈ। ਇਸ ਧਮਾਕੇ ਦਾ ਅਸਰ ਸਾਰੇ ਦੇਸ਼ ਵਿੱਚ ਇੱਕਦਮ ਹੋਇਆ। ਸਾਰਾ ਕਾਰੋਬਾਰ ਲਗਭਗ ਠੱਪ ਹੋ ਗਿਆ। ਚੀਜ਼ਾਂ ਦੀ ਮੰਗ ਘਟ ਗਈ ਅਤੇ ਕਈ ਲੱਖਪਤੀ ਕੰਗਾਲ ਹੋ ਗਏ। ਆਰਥਿਕ ਮੰਦੇ ਦਾ ਇਹ ਧਮਾਕਾ ਸਾਰੇ ਸੰਸਾਰ ਵਿੱਚ ਫੈਲ ਗਿਆ, ਕਿਉਂਕਿ USA ਨੇ ਹਾਲਾਤ ਤੋਂ ਮਜਬੂਰ ਹੋ ਕੇ ਦੂਜੇ ਦੇਸ਼ਾਂ ਤੋਂ ਦਰਾਮਦ ਘਟਾ ਦਿੱਤੀ ਅਤੇ ਯੂਰਪੀ ਦੇਸ਼ਾਂ ਨੂੰ ਦਿੱਤੇ ਕਰਜ਼ਿਆਂ ਨੂੰ ਚੁਕਾਉਣ ਦੀ ਮੰਗ ਕਰਨੀ ਆਰੰਭ ਕਰ ਦਿੱਤੀ। ਇਸ ਤਰ੍ਹਾਂ 1929-31 ਈਸਵੀ ਦੌਰਾਨ ਆਰਥਿਕ ਮੰਦਾ ਸਾਰੇ ਵਿਸ਼ਵ ਦੀ ਇੱਕ ਵਿਆਪਕ ਘਟਨਾ ਬਣ ਗਈ ਸੀ।